Okay. Today our topic is amniocentesis. Yesterday we are done with different different methods to birth control, है ना? This was our yesterday's topic. ठीक है? ਤੇ ਅੱਜ ਅਸੀਂ ਕਰਨਾ ਹੈਗਾ ਆ ਐਮਨੀਓਸੈਂਟੇਸਿਸ। ਐਮਨੀਓਸੈਂਟੇਸਿਸ ਇਜ਼ ਵਾਟ? ਕੱਲ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਨੈਚੁਰਲ ਬਰਥ ਕੰਟਰੋਲ ਮੈਜਰਸ ਆ ਉਸ ਤੋਂ ਬਾਅਦ ਵੀ ਸਮ ਟਾਈਮ ਇਨਫਰਟੀਲਿਟੀ ਜਿਹੜੀ ਹੈਗੀ ਆ ਕਪਲਸ ਦੇ ਵਿੱਚ ਹੁੰਦੀ ਆ, ਉਸ ਇਨਫਰਟੀਲਿਟੀ ਨੂੰ ਕਿਉਰ ਕਰਨ ਦੇ ਲਈ ਕੁਝ ਮੈਥਡਸ ਆ ਜਿਹੜੇ ਅਸੀਂ ਅੱਜ ਕਰਨੇ ਆ। ਤੇ ਇੱਕ ਡਿਫਰੈਂਟ ਟੌਪਿਕ ਆ ਐਮਨੀਓਸੈਂਟੇਸਿਸ, ਜਿਹੜਾ ਕਿ ਸਮਹਾਉ ਫਰਟੀਲਿਟੀ ਦੇ ਨਾਲ ਮਿਲਦਾ ਜੁਲਦਾ ਆ। ਫਰਟੀਲਿਟੀ ਜਿਹੜੀ ਹੈਗੀ ਆ ਜਦੋਂ ਮਤਲਬ ਕਿ ਕੋਈ ਵੀ ਇੱਕ ਚਾਈਲਡ ਪ੍ਰੋਡਿਊਸ ਹੁੰਦਾ ਆ, ਬਿਫੋਰ ਦਾ ਬਰਥ ਆਫ ਅ ਚਾਈਲਡ ਸਮ ਟਾਈਮ ਡਿਵੈਲਪਮੈਂਟਲ ਸਟੇਜਸ ਜਿਹੜੀਆਂ ਹੈਗੀਆਂ ਆ, ਐਮਨੀਓਸੈਂਟੇਸਿਸ ਇਜ਼ ਦਾ ਪ੍ਰੋਸੈਸ with which developmental stages ਜਾਂ ਇੱਕ ਕਹਿ ਸਕਦੇ ਹੈਗੇ ਆ ਇੱਕ ਬਿਫੋਰ ਬਰਥ ਜਿਹੜਾ ਇੱਕ ਫੀਟਸ ਹੈਗਾ ਆ ਨਾ, ਡਿਵੈਲਪਿੰਗ ਫੀਟਸ ਆਪਾਂ ਲਿਖ ਸਕਦੇ ਆ ਇੱਥੇ, with which developing fetus health. Developing fetus health could be measured. ठीक है, ਆਪਾਂ ਦੇਖ ਸਕਦੇ ਹੈਗੇ the process with which the developing fetus health can be detected. ठीक है, with help of this technique. ਇਹਦੇ ਵਿੱਚ ਕੀ ਹੁੰਦਾ ਹੈਗਾ ਹੁਣ ਐਮਨੀਓਸੈਂਟੇਸਿਸ ਜਿਹੜੀ ਹੈਗੀ ਆ ਇਹਦਾ ਪ੍ਰੋਸੀਜਰ ਕੀ ਆ? ਇੱਕ hollow needle from the womb of a mother wall of womb of mother is being passed. Obviously ਇਹਦੇ ਨਾਲ syringe connected ਹੁੰਦੀ ਆ ਤੇ amniotic fluid is being collected. ਠੀਕ ਆ, amniotic fluid collection. ਠੀਕ ਆ, amniotic fluid ਜਿਹੜਾ ਹੈਗਾ ਆ ਉਹ ਕਲੈਕਟ ਕੀਤਾ ਜਾਂਦਾ ਹੈਗਾ ਆ ਫਰੋਮ ਦਾ ਵੂਮ ਆਫ ਦਾ ਮਦਰ, ਤੇ ਉਸ ਫਲੂਇਡ ਨੂੰ ਲੈਬੋਰੇਟਰੀ ਦੇ ਵਿੱਚ ਇਹ ਅਬਜ਼ਰਵ ਕੀਤਾ ਜਾਂਦਾ ਆ ਕਿ ਜਿਹੜਾ ਡਿਵੈਲਪਿੰਗ ਫੀਟਸ ਆ ਉਹ 'ਚ ਕਿਸੇ ਤਰ੍ਹਾਂ ਦੀ ਕੋਈ ਡਿਫਾਰਮਿਟੀ ਤਾਂ ਨਹੀਂ ਹੈਗੀ, ਕੋਈ ਉਹਨੂੰ ਡਿਸਆਰਡਰ ਤਾਂ ਨਹੀਂ ਹੈ। ਠੀਕ ਆ, ਸਮਾਲ ਅਮਾਊਂਟ ਆਫ ਐਮਨੀਓਟਿਕ ਫਲੂਇਡ ਇਜ਼ ਵਿਡਰੋਨ, ਇਟ ਕੰਟੇਨ ਫੀਟਲ ਸਕਿਨ ਸੈਲਸ। ਉਹਦੇ ਵਿੱਚ ਕੀ ਹੁੰਦਾ ਹੈਗਾ ਜਿਹੜਾ ਐਮਨੀਓਟਿਕ ਫਲੂਇਡ ਆ, ਜਿਹੜਾ ਅਸੀਂ ਆਹ ਕਲੈਕਟ ਕੀਤਾ ਐਮਨੀਓਟਿਕ ਫਲੂਇਡ, ਇਹਦੇ ਵਿੱਚ ਕੀ ਹੋ ਸਕਦਾ ਆ? ਮੈਂ ਇੱਥੇ ਕਰਦੀ ਆ, ਇਹਨੂੰ ਲਿਖਦੀ ਆ। ਐਮਨੀਓਟਿਕ ਫਲੂਇਡ ਦੇ ਵਿੱਚ ਫੀਟਲ ਸੈਲਸ ਹੁੰਦੇ ਆ। ਠੀਕ ਆ, ਹੈਜ਼ ਫੀਟਲ ਸੈਲਸ। ਠੀਕ ਆ, ਫੀਟਸ ਜਿਹੜਾ ਡਿਵੈਲਪ ਹੋ ਰਿਹਾ ਉਹਦੇ ਸੈਲਸ ਹੋਣਗੇ, ਐਂਡ ਉਹ ਜਿਹੜੇ ਸੈਲਸ ਹੈਗੇ ਨੇ ਉਹਨਾਂ ਨੂੰ ਅਸੀਂ ਕਰਾਂਗੇ ਕਲਚਰ। ਠੀਕ ਆ, ਲੈਬੋਰੇਟਰੀ ਦੇ ਵਿੱਚ ਫॉर ਫਰਦਰ ਐਗਜ਼ਾਮੀਨੇਸ਼ਨਸ। ਫਿਰ ਉਹਦੇ ਵਿੱਚ ਕੀ ਚੀਜ਼ਾਂ ਜਿਹੜੀਆਂ ਐਗਜ਼ਾਮਿਨ ਕੀਤੀਆਂ ਜਾਂਦੀਆਂ ਹੈਗੀਆਂ ਕਿ ਕੋਈ ਜਿਹੜੇ ਉਹਦੀ ਕ੍ਰੋਮੋਜ਼ੋਮਸ ਹੈਗੇ ਆ ਉਹ ਸਹੀ ਹੈਗੇ ਨੇ। ਠੀਕ ਆ, ਕ੍ਰੋਮੋਜ਼ੋਮ ਪੈਰਿੰਗ ਠੀਕ ਆ, ਕੋਈ ਹੋਰ ਜੈਨੇਟਿਕ ਡਿਸਆਰਡਰ ਤਾਂ ਨਹੀਂ ਹੈ। ਆਨ ਦਾ ਸੇਮ ਟਾਈਮ ਜਿਹੜੇ ਅੱਜ ਕੱਲ੍ਹ ਇਹਦੇ ਡਰਾਬੈਕਸ ਨੇ ਉਹ ਹੈਗੇ ਆ ਫੀਮੇਲ ਫਿਟੀਸਾਈਡ ਲਈ, ਕਿਉਂਕਿ ਇਹ ਜਿਹੜਾ ਇੱਕ ਟੈਸਟ ਆ ਇਹਦੇ ਨਾਲ ਮੇਲ ਐਂਡ ਫੀਮੇਲ ਫਿਟਸ ਵੀ ਡਿਟੈਕਟ ਕੀਤੇ ਜਾਂਦੇ ਆ। ਠੀਕ ਆ, ਸੈਕਸ ਡਿਟਰਮੀਨੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਡਾਕਟਰਸ ਨੇ ਇਹਦੇ ਨਾਲ, ਐਂਡ
ਉਹ ਜਿਹੜੀ ਸੈਕਸ ਡਿਟਰਮੀਨੇਸ਼ਨ ਆ ਉਹਦੇ ਵਿੱਚ ਕੀ ਹੁੰਦਾ ਹੈਗਾ ਆ ਕਿ ਜੇ ਤਾਂ ਸਾਨੂੰ ਪਤਾ ਹੈ ਕਿ ਮੇਲ ਚਾਈਲਡ ਜਿਹੜਾ ਹੁੰਦਾ ਹੈਗਾ ਆ ਵਿਚ ਇਜ਼ ਹੈਵਿੰਗ 1X ਐਂਡ 1Y ਕ੍ਰੋਮੋਸੋਮ, ਠੀਕ ਆ। ਜਿਹੜਾ ਫੀਮੇਲ ਚਾਈਲਡ ਆ ਉਹਦੇ ਵਿੱਚ ਜਿਹੜੇ ਸੈਕਸ ਕ੍ਰੋਮੋਸੋਮ ਆ ਦੇ ਆਰ ਬੋਥ ਦਾ XX ones, ਠੀਕ ਆ, ਪਲੱਸ 22 ਆਟੋਸੋਮਸ, 22 ਪੇਅਰ ਆਫ ਆਟੋਸੋਮਸ ਐਂਡ 1 ਪੇਅਰ ਆ ਵਾਲਾ ਹੋ ਗਿਆ, 23 ਪੇਅਰ ਹੀ ਹੋ ਗਏ ਹੈ ਨਾ। ਐਂਡ ਇੱਧਰ ਵੀ ਸੇਮ ਇਹ 22 ਆਟੋਸੋਮ ਪਲੱਸ ਆਹ, ਠੀਕ ਆ। ਫੀਮੇਲ ਦੇ ਵਿੱਚ ਇਹ ਹੋਣਗੇ, ਮੇਲ 'ਚ ਇਹ ਹੁੰਦੇ ਹੈਗੇ ਆ। ਤੇ ਜਿਹੜਾ ਇਹ ਐਮਨੀਓਸੈਂਟੇਸਿਸ ਦੀ ਟੈਕਨੀਕ ਆ ਇਹਦੇ ਨਾਲ ਅਸੀਂ ਇਹ ਡਿਟੈਕਟ ਕਰ ਲੈਂਦੇ ਹੈਗੇ ਆ ਕਿ ਇਹ 'ਚ XY ਆ ਜਾਂ XX ਆ, ਕਿਉਂਕਿ ਜਿਹੜਾ X ਕ੍ਰੋਮੋਸੋਮ ਹੈਗਾ ਆ ਨਾ ਉਹਦੇ ਤੇ ਬਾਰ ਬੋਡੀਜ਼ ਹੁੰਦੀਆਂ ਆ, ਠੀਕ ਆ। ਜਿਹੜਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਾਰ ਬੋਡੀਜ਼ ਹੁੰਦੀਆਂ ਹੈਗੀਆਂ X ਕ੍ਰੋਮੋਸੋਮ ਦੇ ਉੱਤੇ, ਸੈਕਸ ਕ੍ਰੋਮੈਟਿਨਸ ਜਿਹੜੇ ਹੈਗੇ ਆ ਉਹ ਪ੍ਰੈਜ਼ੈਂਟ ਹੁੰਦੇ ਹੈਗੇ ਆ, ਠੀਕ ਆ। ਜਿਹੜੇ ਫੀਮੇਲ ਆ ਉਹਦੇ ਵਿੱਚ 2 X ਕ੍ਰੋਮੋਸੋਮਸ ਹੋਣਗੇ, ਦੋਨਾਂ ਦੇ ਵਿੱਚੋਂ ਇੱਕ ਜਿਹੜਾ X ਕ੍ਰੋਮੋਸੋਮ ਆ ਦੈਟ ਵੁੱਡ ਬੀ ਐਕਟਿਵ, ਜਿਹੜਾ ਅਦਰ X ਕ੍ਰੋਮੋਸੋਮ ਹੈਗਾ ਆ ਦੈਟ ਇਜ਼ ਹੈਟੀਰੋਕ੍ਰੋਮੇਟਾਈਜ਼ਡ, ਠੀਕ ਆ। ਉਹ ਮਤਲਬ ਫੰਕਸ਼ਨਲੀ ਐਕਟਿਵ ਨਹੀਂ ਹੈਗਾ। ਐਂਡ ਇੱਕ ਡਾਰਕਲੀ ਸਟੇਨਡ ਬਾਰ ਬੋਡੀ ਦਾ ਸਟਰਕਚਰ ਸਾਨੂੰ ਰਿਪਰੈਜ਼ੈਂਟ ਕਰੂਗਾ ਜਦੋਂ ਅਸੀਂ ਇਹ ਸੈਕਸ ਡਿਟਰਮੀਨੇਸ਼ਨ ਕਰਾਂਗੇ। ਸਪੋਜ਼ ਕਿ ਜਦੋਂ ਇਹ ਐਮਨੀਓਸੈਂਟੇਸਿਸ ਦੀ ਟੈਕਨੀਕ ਹੋ ਰਹੀ ਹੈਗੀ ਆ, ਫਲੂਇਡ ਲੈ ਕੇ ਉਹਨੂੰ ਕਲਚਰ ਕੀਤਾ ਗਿਆ ਹੈ ਨਾ, ਤੇ ਬਾਕੀ ਡਿਜ਼ੀਜ਼ਸ ਦੇਖ ਲਈਆਂ ਗਈਆਂ। ਉਸ ਤੋਂ ਬਾਅਦ ਜਦੋਂ ਸੈਕਸ ਡਿਟਰਮੀਨੇਸ਼ਨ ਦੀ ਟਰਮ ਆਉਂਦੀ ਆ ਤੇ ਅਸੀਂ ਸਟੇਨਿੰਗ ਕਰਕੇ ਹੀ ਦੇਖ ਸਕਾਂਗੇ X ਕ੍ਰੋਮੋਸੋਮ ਤੇ Y ਕ੍ਰੋਮੋਸੋਮ ਨੂੰ। ਤੇ ਜਿਹੜੇ ਆ 2 X ਕ੍ਰੋਮੋਸੋਮਸ ਨੇ ਨਾ, ਇਹਨਾਂ ਚੋਂ ਇੱਕ ਤਾਂ ਇਜ਼ ਐਕਟਿਵ, ਐਨੀ ਆਫ ਥੀਸ, ਇੱਕ X ਐਕਟਿਵ ਹੋਊਗਾ, ਇੱਕ X ਜਿਹੜਾ ਹੈਗਾ ਉਹ ਹੋਊਗਾ heterochromатized, which would be darkly stained body ਜਦੋਂ ਇਹ ਟੈਸਟ ਪਰਫਾਰਮ ਕੀਤਾ ਜਾਊਗਾ, ਠੀਕ ਆ। ਡਾਰਕਲੀ ਸਟੇਨਡ ਬੋਡੀ ਜਿਹਨੂੰ ਕਿ ਅਸੀਂ ਕਹਿ ਦਿੰਦੇ ਹੈਗੇ ਆ ਬਾਰ ਬੋਡੀ, ਠੀਕ ਆ, ਗॉट इट। ਤੇ ਜਦੋਂ ਇਹ ਬਾਰ ਬੋਡੀ ਪ੍ਰੈਜ਼ੈਂਟ ਆ ਦੈਟ ਮੀਨਸ ਕਿ ਵੀ ਉਹ ਫੀਮੇਲ ਫਿਟਸ ਆ, ਅਗਰ ਨਹੀਂ ਪ੍ਰੈਜ਼ੈਂਟ ਤਾਂ ਫਿਰ ਉਹ ਨਹੀਂ ਹੈਗੀ, ਠੀਕ ਆ। ਤੇ ਇਹ ਜਿਹੜੀ ਟੈਕਨੀਕ ਆ ਐਮਨੀਓਸੈਂਟੇਸਿਸ ਦੀ ਬੇਸਿਕਲੀ ਤਾਂ ਡਿਵੈਲਪ ਕੀਤੀ ਗਈ ਸੀਗੀ ਕਿ ਡਿਵੈਲਪਿੰਗ ਫਿਟਸ ਜਿਹੜਾ ਉਹਦੇ ਮੈਟਾਬੋਲਿਕ ਡਿਸਆਰਡਰਸ ਦੇਖ ਲਏ ਜਾਣ, ਉਹਨਾਂ 'ਚ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਡਿਸਆਰਡਰ ਨਾ ਹੋਵੇ। ਤਾਂ ਸਿਗਨੀਫੀਕੈਂਸ ਜਿਹੜਾ ਹੈਗਾ ਆ ਨਾ ਐਮਨੀਓਸੈਂਟੇਸਿਸ ਦਾ, ਉਹ ਸਾਡੇ ਕੋਲੇ ਆਹ ਪ੍ਰੋਸੈਸ ਸੀਗੀ ਇਹਦੀ, ਠੀਕ ਆ, ਪ੍ਰੋਸੀਜਰ। ਦੈਨ ਉਸ ਤੋਂ ਬਾਅਦ ਜੋ ਇਹਦਾ ਸਿਗਨੀਫੀਕੈਂਸ ਆ, ਫਾਇਦਾ ਆ, ਇੰਪੋਰਟੈਂਸ ਆ ਇਹਦੀ, ਸਿਗਨੀਫੀਕੈਂਸ ਕੀ ਹੈਗਾ ਆ? ਮੈਟਾਬੋਲਿਕ ਡਿਸਆਰਡਰਸ ਨੂੰ ਡਿਟੈਕਟ ਕਰਨਾ। ਕੋਈ ਵੀ ਐਨਜ਼ਾਈਮੈਟਿਕ ਡਿਸਆਰਡਰ ਆ, ਕਹਿੰਦਾ ਬਾਏ ਦਾ ਐਨਜ਼ਾਈਮ ਐਨਾਲਾਈਸਿਸ ਆਫ ਦਾ ਐਮਨੀਓਟਿਕ ਫਲੂਇਡ, ਜਿਹੜਾ ਐਮਨੀਓਟਿਕ ਫਲੂਇਡ ਅਸੀਂ ਕਲੈਕਟ ਕੀਤਾ, ਆ ਜਿਹੜਾ ਫਲੂਇਡ ਅਸੀਂ ਕਲੈਕਟ ਕੀਤਾ, ਅਸੀਂ ਇਹਦੇ ਵਿੱਚ ਕੀ ਆਬਜ਼ਰਵ ਕਰਾਂਗੇ? ਐਨਜ਼ਾਈਮਸ, ਠੀਕ ਆ। ਹੁਣ ਦੇਖੋ ਐਨਜ਼ਾਈਮਸ ਦੀ ਡੈਫੀਸ਼ੀਐਂਸੀ ਨਾਲ ਬਹੁਤ ਸਾਰੇ ਡਿਸਆਰਡਰਸ ਹੋ ਜਾਂਦੇ ਆ, ਠੀਕ ਆ। ਇੱਕ ਅਸੀਂ ਡਿਸਆਰਡਰ SCID ਵੀ ਕਰਨਾ ਹੈ ਅੱਗੇ ਚੱਲ ਕੇ, ਸੀਵਰ ਕੰਬਾਈਨਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ। ਉਹਦੇ ਵਿੱਚ ਵੀ ਹੁੰਦਾ, ਸਿਰਫ ਇੱਕ ਜੀਨ ਦੇ ਡਿਫਾਲਟੀ ਹੋਣ ਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਹੋ ਜਾਂਦੀਆਂ ਆ, ਠੀਕ ਆ। ਤੇ ਹੁਣ ਇੱਥੇ ਇਹਨੇ ਐਗਜ਼ਾਮਪਲ ਦਿੱਤੀ ਹੈ ਫਿਨਾਈਲ ਕੀਟੋਯੂਰੀਆ ਦੀ, ਐਲਕੈਪਨੋਯੂਰੀਆ ਦੀ। ਉਹਦੇ ਵਿੱਚ ਕਹਿੰਦਾ ਦੀਜ਼ ਆਰ, ਕਹਿੰਦਾ ਮੈਟਾਬੋਲਿਕ ਟਾਈਪ ਆਫ ਡਿਸਆਰਡਰਸ, ਤੇ ਇਹ ਇਨਬੋਰਨ ਡਿਸਆਰਡਰਸ ਹੁੰਦੇ ਹੈਗੇ ਆ ਐਂਡ ਬੇਸਿਕਲੀ ਇੱਕ ਐਨਜ਼ਾਈਮ ਦੀ ਐਬਸੈਂਸ ਕਰਕੇ ਹੁੰਦੇ ਹੈਗੇ ਆ, ਠੀਕ ਆ। ਉਹ ਐਨਜ਼ਾਈਮਸ ਜਿਹੜੇ ਹੈਗੇ ਨੇ ਜਦੋਂ ਪ੍ਰੋਪਰਲੀ ਫੰਕਸ਼ਨ ਨਹੀਂ ਕਰਦੇ ਹੈਗੇ, ਅਵੇਲੇਬਲ ਨਹੀਂ ਹੁੰਦੇ, ਤੇ ਕਾਈਂਡ ਆਫ ਜਿਹੜੀਆਂ ਇਹ ਡਿਸਆਰਡਰਸ ਹੈਗੇ ਫਿਨਾਈਲ ਕੀਟੋਨਿਊਰੀਆ ਤੇ ਐਲਕੈਪਨੋਯੂਰੀਆ, ਇਹ ਪ੍ਰੋਬਲਮਸ ਜਿਹੜੀਆਂ ਉਹ ਹੁੰਦੀਆਂ ਆ। ਇਹ ਪ੍ਰੋਬਲਮਸ ਅਸੀਂ ਲੇਟਰ ਔਨ ਡਿਸਆਰਡਰਸ ਜਿਹੜੇ ਮੈਂਡੈਲੀਅਨ ਡਿਸਆਰਡਰਸ ਹੈਗੇ ਆ, ਤੁਹਾਡੇ ਬੁੱਕ 'ਚ ਹੈਗਾ ਆ ਚੈਪਟਰ ਇਹ ਫਰਦਰ, ਉੱਥੇ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕਿ ਇਹ ਡਿਸਆਰਡਰਸ ਕੀ ਹੁੰਦੇ ਹੈਗੇ ਆ। ਫॉर द टाइम ਐਮਨੀਓਸੈਂਟੇਸਿਸ ਦੀ ਗੱਲ ਚੱਲ ਰਹੀ ਹੈ, ਤਾਂ ਐਮਨੀਓਸੈਂਟੇਸਿਸ ਦੀ ਹੈਲਪ ਨਾਲ ਅਸੀਂ ਡਿਵੈਲਪਿੰਗ ਫਿਟਸ 'ਚ ਇਹ ਓਬਜ਼ਰਵ ਕਰਦੇ ਹਾਂ ਕਿ ਕਿਸੇ ਤਰ੍ਹਾਂ ਦਾ ਕੋਈ ਡਿਸਆਰਡਰ ਤਾਂ ਨਹੀਂ ਹੈ, ਠੀਕ ਆ, ਜਿਹੜਾ ਫਿਟਸ ਡਿਵੈਲਪ ਹੋ ਰਿਹਾ ਆ ਉਹਨੂੰ, ਬਟ ਐਵਰੀਥਿੰਗ ਕਮਸ ਵਿਦ ਇਟਸ ਡਰਾਬੈਕਸ, ਠੀਕ ਆ। ਕੋਈ ਵੀ ਨਵੀਂ ਰਿਸਰਚ ਹੈਗੀ ਆ ਦੈਟ ਕਮਸ ਵਿਦ ਇਟਸ ਡਰਾਬੈਕਸ। ਸੋ ਹੀਅਰ ਦ ਡਰਾਬੈਕ ਇਜ਼ ਦ ਫੀਮੇਲ ਫਿਟੀਸਾਈਡ,
ठीक है। तो ड्रॉबैक ਇਹਦੇ ਕੀ ਹੈਗੇ ਆ, ਡਰਾਬੈਕਸ ਕੀ ਹੈਗੇ ਆ ਇਹਦੇ, ਐਮਨੀਓਸੈਂਟੇਸਿਸ ਦੇ ਡਰਾਬੈਕਸ। ਸਭ ਤੋਂ ਵੱਡਾ ਡਰਾਬੈਕ ਹੈਗਾ ਆ ਫੀਮੇਲ ਫਿਟੀਸਾਈਡ। ਫਿਟੀਸਾਈਡ ਇਜ਼ ਦਾ ਡੈਥ ਆਫ ਦਾ ਫੀਮੇਲ ਫਿਟਸ। ਠੀਕ ਆ, ਵੀ ਜਦੋਂ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਡਿਵੈਲਪਿੰਗ ਫਿਟਸ ਇਜ਼ ਅ ਫੀਮੇਲ, ਦੇ ਟਰਾਈ ਟੂ ਅਬੋਰਟ ਇਟ ਔਰ ਟਰਮੀਨੇਟ ਇਟ ਵੈਨ ਦੇ ਆਰ ਨॉट ਵਿਲਿੰਗ ਟੂ ਅਵੇਲ दैट ਚਾਈਲਡ। ठीक है, हर एक पर्सन नहीं इस तरह सोचते हैं करता, पर 70% लोग ये चीज़ जी हैगी आ वो सोचते हैं। ठीक है, सो दिस इज़ द मेजर ड्रॉबैक, ठीक है, ऑफ एमनियोसेंटेसिस। तो सिग्निफिकेंस जो असीं इहदे फायदे देखते हैगे आ, तो असीं इस चीज़ नूं इन अनदर वे लै सकते हैं कि असीं पापूलेशन नूं कंट्रोल करन दे लई अनवांटेड चाइल्ड जिहड़ा हैगा उहनूं खत्म कर सकते हैं। अनवांटेड इन द सेंस कि जे वो चाइल्ड मैंटली या फिजिकली फिट नहीं हैगा तो वह थ्रू आउट द लाइफ स्ट्रगल करूगा, उस तो बैटर है कि उन्होंने मर्सी किल कर दिता जाए। ठीक है, सो दिस वाज ऑल अबाउट द एमनियोसेंटेसिस। ठीक है, तो एमनियोसेंटेसिस का डायग्राम भी इत्थे तुहाडी बुक दे विच दिता होया हैगा कि हाउ यू कैन लाइक इत्थे ਆਪਾਂ देखते हैं तो इस तरह का एक डायग्राम दिता है कि इत्थे आह एक चाइल्ड हैगा आ। ठीक है, तो एक सिरिंज की हेल्प नाल, नीडल की हेल्प नाल इत्थों एमनियोटिक फ्लूइड जिहड़ा हैगा वो कलैक्ट किया जाता हैगा आ, कलैक्ट करके उन्होंने कल्चर किया जाता है। ठीक है, बेसिकली एमनियोटिक फ्लूइड जिहड़ा हुंदा आ उही हुंदा आ जिहड़ा एक चाइल्ड नूं एक प्रोटैक्शन भी दिंदा हैगा एंड उहदे विच ही वो चाइल्ड डिवेलप करता हैगा, उहदी रेस्पिरेशन एक्सक्रीशन सारा कुछ वो फ्लूइड दे विच ही हुंदा हैगा। ठीक है, सो दिस वाज ऑल अबाउट द एमनियोसेंटेसिस। दैन द रिलेटेड टॉपिक इज मेडिकल टर्मिनेशन ऑफ प्रेगनेंसीज। इस तो नेक्स्ट टॉपिक वी विल कंटिन्यू मैडिकल MTPs। ये बहुत इंपॉर्टेंट टॉपिक्स हैं तुहाडे एग्जामिनेशन पॉइंट ऑफ व्यू नाल। MTP फुल फॉर्म भी आउंदी है इहदी MTP दी, मैडिकल टर्मिनेशंस ऑफ प्रेगनेंसीज। गॉट इट? ठीक है, एक ही है मेडिकल टर्मिनेशन ऑफ प्रेगनेंसी, वो ही विलिंगली फिटिसाइड। ठीक है, विलिंगली फिटिसाइड एंड अप टू 12 वीक ऑफ प्रेगनेंसी ये पॉसिबल है। 12 वीक्स अप टू 12 वीक्स। ठीक है, अप टू 12 वीक्स ऑफ, वैसे ही अप टू 12 वीक तक भी एक चाइल्ड जिहड़ा हैगा, ग्रोइंग चाइल्ड जिहड़ा हैगा उहदा हार्ट डेवलप हो चुका हुंदा आ, हार्ट बीटिंग शुरू हो चुकी होंगी, सब कुछ शुरू हो चुका होंदा है, बट फिर भी इफ़ यू वांट टू डू इट दैन दैट इज़ नोन एज मेडिकल टर्मिनेशन ऑफ प्रेगनेंसीज। The incidences are about 45 to 50 millions of MTPs done every year all over the world। ठीक है, हर एक साल 45 to 50 मिलियन MTPs होंदे हैगे आ थ्रू आउट द वर्ल्ड। एंड वट इज़ द मैथड? मैथड्स ये 3 मैथड्स ने, डायलेशन एंड कटरेज मैथड, वैक्यूम एस्पिरेशन मैथड एंड एडमिनिस्ट्रेशन ऑफ प्रोस्टाग्लैंडिन। दीज आर लिटरली विट्रियल मैथड्स, बट एनी वे दीज आर द प्रोसेसेस ऑफ लाइफ। तो वट आर द मैथड? डायलेशन एंड कटरेज। तो ये नाम तो बहुत कुछ एक्सप्लेन हो जाता है। डायलेशन ऑफ द सर्विक्स, सर्विक्स डायलेट करके विद हैल्प ऑफ सडन टूल्स फिटस जिहड़ा हैगा उन्होंने कट के बॉडी चों बाहर कढ़ दिता जाता है। ठीक है, मतलब वो ऑर्गनस नूं अलग अलग कट के दैट विल बी रिमूव फ्रॉम द बॉडी। दैन वैक्यूम एस्पिरेशन, वैक्यूम एस्पिरेशन विद हैल्प ऑफ काइंड ऑफ वैक्यूम पंप्स, वैक्यूम एस्पिरेशन। अच्छा, ये बड़ी सिंपल जी एग्जाम्पल है। जो तुम कदे कदे ट्राई किया कि कुछ एक पाइप आ है ना,
ਉਹਦੇ ਵਿੱਚ ਤੁਸੀਂ ਸਕ ਕਰਦੇ ਹੈਗੇ ਆ 에ਅਰ ਟੂਵਰਡਸ ਯੂਅਰ ਮਾਊਥ। ਉਹਦੇ 'ਚ ਜੋ ਵੀ ਚੀਜ਼ ਹੈਗੀ ਆ ਉਹ ਤੁਹਾਡੇ ਮੂੰਹ ਵੱਲ ਆਉਂਦੀ ਹੈ। ਜਿੱਦਾਂ ਲਾਈਕ ਤੁਸੀਂ ਡਰਿੰਕ ਪੀਂਦੇ ਆ ਕੋਈ, ਹੈ ਨਾ, ਤੁਸੀਂ ਉਹਨੂੰ ਟੂਵਰਡਸ ਇਨਸਾਈਡ ਵੈਕਿਊਮ ਕ੍ਰੀਏਟ ਕਰਦੇ ਹੋ ਉਹ 'ਚ ਇੱਕ, ਹੈ ਨਾ। The same way with help of the surgical tools, vacuum tools ਹੁੰਦੇ ਆ, vacuum pump like tools ਹੁੰਦੇ, ਜਿੱਦਾਂ vacuum cleaners ਹੈਗੇ ਆ, vacuum cleaners ਹੁੰਦੇ ਆ ਨਾ, ਜਿਹੜੇ ਕਿ ਡਸਟ ਨੂੰ ਖਿੱਚ ਲੈਂਦੇ ਹੈਗੇ, ਸਾਰੀ ਡਸਟ ਨੂੰ ਖਿੱਚ ਲੈਂਦੇ ਆ। ਦਾ ਸੇਮ ਵੇ vacuum aspiration pumps ਹੈਗੇ ਨੇ, ਜਿਹੜੇ ਕਿ ਉਹ ਡਿਵੈਲਪਿੰਗ ਫਿਟਸ ਨੂੰ ਬਾਡੀ ਤੋਂ ਬਾਹਰ ਕੱਢ ਦਿੰਦੇ ਆ, ਠੀਕ ਆ, with the vacuums. Then the third one is ਐਡਮਿਨਿਸਟ੍ਰੇਸ਼ਨ ਆਫ ਪ੍ਰੋਸਟਾਗਲੈਂਡਿਨਸ। ਪ੍ਰੋਸਟਾਗਲੈਂਡਿਨਸ ਜਿਹੜੇ ਹੁੰਦੇ ਆ ਕੁਛ ਕੈਮੀਕਲਸ ਨੇ। ਥਰਡ ਵਨ ਇਜ਼ ਦਾ ਪ੍ਰੋਸਟਾਗਲੈਂਡਿਨ ਐਡਮਿਨਿਸਟ੍ਰੇਸ਼ਨ। ਪ੍ਰੋਸਟਾਗਲੈਂਡਿਨ ਐਡਮਿਨਿਸਟ੍ਰੇਸ਼ਨ। ਜਿਹੜੇ ਪ੍ਰੋਸਟਾਗਲੈਂਡਿਨਸ ਨੇ ਇਹਨਾਂ ਨੂੰ ਇੰਟਰੋਡਿਊਸ ਕੀਤਾ ਜਾਂਦਾ ਹੈ ਯੂਟਰਸ ਦੇ ਵਿੱਚ, ਠੀਕ ਆ, ਐਂਡ ਦੇ ਐਕਟ ਐਜ਼ ਦਾ ਟਰਮੀਨੇਟਿੰਗ ਵੀ ਕੈਨ ਸੇ ਸਬਸਟੈਂਸਸ, ਠੀਕ ਆ। certain drugs like certain drugs like RU486, ਠੀਕ ਆ। ਦੈਨ ਹੋਰ ਵੀ ਇੱਦਾਂ ਦੇ ਬਹੁਤ ਸਾਰੇ ਪ੍ਰੋਜੈਸਟਰੋਨ, ਬੇਸਿਕਲੀ ਪ੍ਰੋਜੈਸਟਰੋਨ ਹਾਰਮੋਨ ਇਨਵੋਲਵ ਹੁੰਦਾ ਆ ਨਾਲ ਇਹਦੇ, ਜਿਹੜੇ ਇਹ ਪ੍ਰੋਸਟਾਗਲੈਂਡਿਨਸ ਨੇ ਆਪਾਂ ਇੰਟਰੋਡਿਊਸ ਕਰਦੇ ਹੈਗੇ ਆ। ਅਤੇ ਪ੍ਰੋਜੈਸਟਰੋਨ ਬੇਸਿਕਲੀ ਕੀ ਕਰਦਾ ਹੈਗਾ ਆ, ਮੈਂਸੂਰੇਸ਼ਨ ਨੂੰ ਇੰਟਰੋਡਿਊਸ ਕਰ ਦਿੰਦਾ ਹੈਗਾ ਆ, ਐਂਡ ਜਿਹੜੀ ਐਮਬਰੀਓ ਹੈਗੀ ਆ ਉਹ ਸਲੋਟਰ ਆਫ ਹੋ ਜਾਂਦੀ ਹੈ। ਸਲੋਟਰ ਆਫ, ਹੁਣ ਸਲੋਟਰ ਹਾਊਸਿਸ ਸੁਣੇ ਹੈ ਨਾ, ਸਲੋਟਰ ਹਾਊਸਿਸ ਵੀ ਸੇਮ ਹੀ ਹੁੰਦੇ ਆ, ਕੱਟ ਆਫ ਹੈ ਨਾ ਕਰਨਾ। ਅਤੇ ਜਦੋਂ ਮੈਂਸੂਰੇਸ਼ਨ ਸਟਾਰਟ ਹੁੰਦਾ ਹੈ ਤਾਂ ਕਹਿੰਦਾ ਜਿਹੜਾ ਐਮਬਰੀਓ ਹੈਗੀ ਉਹ ਆਪਣੇ ਆਪ ਖਤਮ ਹੋ ਜਾਂਦੀ ਹੈ, ਠੀਕ ਆ, ਮਤਲਬ ਉਹ ਸਲੋਟਰ ਆਫ ਹੋ ਜਾਂਦੀ ਹੈ ਬਾਡੀ 'ਚੋਂ। ਗੋਟ ਇਟ। ਅਤੇ ਦੀਜ਼ ਆਰ ਦਾ 3 ਟਾਈਪ ਆਫ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀਜ਼, ਠੀਕ ਆ। ਦੀਜ਼ ਆਰ ਸਰਜੀਕਲ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਲਾਈਕ। ਔਰ ਇਹਦੇ ਵੀ ਆਪਣੇ ਡਰੋਬੈਕਸ ਐਂਡ ਸਿਗਨੀਫਿਕੈਂਸ ਆ। ਡਰੋਬੈਕ ਤਾਂ ਓਬਵੀਅਸਲੀ ਇਮੋਸ਼ਨਲ ਐਂਡ ਐਥੀਕਲ ਆ, ਹੈ ਨਾ। ਜਿਹੜੇ ਡਰੋਬੈਕਸ ਆ MTP ਦੇ, ਡਰੋਬੈਕਸ ਇਮੋਸ਼ਨਲ ਹਰਟ ਹੋਣਾ, ਇਮੋਸ਼ਨਲੀ ਕੋਈ ਪਰਸਨ ਹਰਟ ਹੋ ਰਿਹਾ ਹੈਗਾ ਆ, ਐਥੀਕਲ ਇਸ਼ੂਜ਼ ਆ, ਠੀਕ ਆ, ਐਥੀਕਲੀ ਲੀਗਲੀ, ਹੈ ਨਾ, ਹਰ ਇੱਕ ਤਰ੍ਹਾਂ ਨਾਲ ਅਨਸਪੋਰਟਿਵ ਆ। ਅਤੇ ਸਿਗਨੀਫਿਕੈਂਸ ਉਹੀ ਆ ਕਿ ਅਨਵਾਂਟਡ ਪ੍ਰੈਗਨੈਂਸੀਜ਼, unwanted pregnancies, they could be removed with help of these things, ठीक है। So this was all about for today's topic. Tomorrow we'll continue with the sexually transmitted diseases and infertility cure methods. Fine.